ਹਾਂਜੀ ਬੇਟਾ, ਜਿਵੇਂ ਆਪਾਂ ਲਾਸਟ ਕੀਤਾ ਸੀਗਾ BMI ਜਦੋਂ ਆਪਾਂ ਕੈਲਕੂਲੇਟ ਕਰਨਾ ਵਾ, ਉਹਦੇ ਵਾਸਤੇ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ। ਫਸਟ ਆਪਾਂ ਨੂੰ ਚਾਹੀਦਾ ਵੇਟ ਆਪਣਾ ਕਿੰਨਾ ਵਾ। ਉਸ ਤੋਂ ਬਾਅਦ ਦੂਸਰੀ ਚੀਜ਼ ਚਾਹੀਦੀ ਹੈ ਆਪਾਂ ਨੂੰ ਹਾਈਟ। ਹੁਣ ਸਭ ਤੋਂ ਪਹਿਲਾਂ ਆਪਾਂ ਪ੍ਰੀਕਾਸ਼ਨਸ ਵਾਈਲ ਟੇਕਿੰਗ BMI। ਹੁਣ ਸਭ ਤੋਂ ਪਹਿਲਾਂ ਆਪਾਂ ਵੇਟ ਲੈਣਾ ਵਾ। ਵੇਟ ਕਿਵੇਂ ਕਰਨਾ ਵਾ? ਜਦੋਂ ਵੇਟ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਵੀ ਤੁਹਾਡੇ ਕੋਈ ਹੈਵੀ ਚੀਜ਼ ਨਾ ਪਾਈ ਹੋਵੇ, ਤੁਹਾਡੇ ਕੋਈ ਸ਼ੂਜ਼ ਵਗੈਰਾ ਨਾ ਪਾਏ ਹੋਣ। ਵੇਟ ਕਰਨ ਤੋਂ ਪਹਿਲਾਂ ਜੈਕਟ, ਕੋਈ ਵੂਲਨ ਜਰਸੀ ਵਗੈਰਾ ਕੁਛ ਨਾ ਪਾਇਆ ਹੋਵੇ, ਉਤਾਰ ਦੇਣਾ ਚਾਹੀਦਾ ਵਾ। ਉਸ ਤੋਂ ਬਾਅਦ ਆਪਣਾ ਵੇਟ ਕਰੋ। ਵੇਟ ਕਰਨ ਦੇ ਸਮੇਂ ਇਹ ਯਾਦ ਰੱਖੋ ਤੁਸੀਂ ਹਾਈਡਰੇਟਡ ਹੋ ਜਾਂ ਫੂਡ ਕੰਜ਼ਿਊਮ ਕੀਤਾ ਹੋਇਆ ਵਾ। ਇਹ ਚੀਜ਼ ਮਾੜੀ ਧਿਆਨ ਚੈੱਕ ਕਰਨੀ ਪੈਂਦੀ ਹੈ, ਸਟੇਟਸ ਚੈੱਕ ਕਰਨਾ ਪੈਂਦਾ ਵਾ, ਕਿਉਂਕਿ ਇਹਦੇ ਨਾਲ ਥੋੜ੍ਹਾ ਬਹੁਤਾ ਵੇਟ ਘੱਟ ਵੱਧ ਸਕਦਾ ਵਾ। ਕੋਸ਼ਿਸ਼ ਕਰੋ ਵੀ ਜਦੋਂ ਤੁਸੀਂ ਮੋਰਨਿੰਗ ਟਾਈਮ ਇਹਨੂੰ ਆਪਾਂ ਚੈੱਕ ਕਰ ਲਓ। ਉਸ ਤੋਂ ਬਾਅਦ ਹਾਈਟ ਕਿਵੇਂ ਕਰਨੀ ਆ? ਹਾਈਟ ਦੇ ਵਿੱਚ ਕੀ ਆ, ਆਪਾਂ ਬਿਲਕੁਲ ਸਟਰੇਟ ਖੜ੍ਹੇ ਹੋ ਜਾਣਾ। ਸਟਰੇਟ ਖੜ੍ਹੇ ਹੋਣ ਦੇ ਨਾਲ ਇੱਕ ਜਿਵੇਂ ਆਪਣੇ ਮੰਨ ਲਓ ਤੁਸੀਂ ਕੋਈ ਮੇਜ਼ਰ ਕਰਨ ਵਾਲੀ ਕੰਧ ਉੱਤੇ ਇੱਕ ਬਣਿਆ ਨਹੀਂ ਹੁੰਦੀ ਕਿ ਲਾਈਨ, ਉਹਦੇ ਨਾਲ ਤੁਸੀਂ ਬਿਲਕੁਲ ਸਟਰੇਟ ਖੜ੍ਹੇ ਹੋ ਜਾਣਾ। ਖੜ੍ਹੇ ਹੋਣ ਤੋਂ ਬਾਅਦ ਬਿਲਕੁਲ ਸਟਰੇਟ ਕੰਧ ਦੇ ਉੱਪਰ ਜਿੱਥੇ ਤੁਹਾਡਾ ਸਿਰ ਖਤਮ ਹੁੰਦਾ ਉੱਥੇ ਤੁਸੀਂ ਨਿਸ਼ਾਨ ਲਾ ਲੈਣਾ। ਨਿਸ਼ਾਨ ਲਾਉਣ ਤੋਂ ਬਾਅਦ ਤੁਸੀਂ ਆਪਦੀ ਹਾਈਟ ਮਿਹਨਤੀ ਕਰ ਲੈਣੀ ਕਿੰਨੀ ਹੈਗੀ। ਠੀਕ ਹੈ ਜੀ। ਅੱਗੇ ਆ ਗਿਆ ਬੇਟਾ, ਇੱਕ ਹੁੰਦਾ ਵਾ, ਇਹ ਤਾਂ ਹੋ ਗਿਆ BMI। ਉਸ ਤੋਂ ਬਾਅਦ ਆ ਗਿਆ ਵੇਸਟ ਹਿਪ ਰੇਸ਼ੋ। ਵੇਸਟ ਹਿਪ ਰੇਸ਼ੋ ਦਾ ਕੀ ਹੁੰਦਾ? ਵੇਸਟ ਸਰਕਮਫਰੰਸ ਬਟਾ ਹਿਪ ਸਰਕਮਫਰੰਸ। ਹੁਣ ਇਹਦੇ ਵਿੱਚ ਕੀ ਆ, ਜਿਹੜੀ ਵੇਸਟ ਆਪਾਂ ਮਿਹਨਤੀ ਕਰਨੀ ਆ, ਵੇਸਟ ਕਰਨੀ ਆ ਆਪਾਂ ਜਿਹੜੀ ਆਪਣਾ ਬੈਲੀ ਬਟਨ ਹੁੰਦਾ ਉਹਦੇ ਬਿਲਕੁਲ ਉੱਪਰ, ਜਿਹੜੀ ਆਪਾਂ ਤੁਸੀਂ ਡਾਇਗਰਾਮ ਦੇਖਦੇ ਪਏ ਹੋ, ਜਿਹੜੀ ਸੈਕਿੰਡ ਡਾਇਗਰਾਮ ਆ ਉਹ ਹੁੰਦੀ ਆ ਵੇਸਟ। ਜਿਹੜੀ ਹਿਪ ਆ ਉਹ ਆਪਾਂ ਤੁਹਾਨੂੰ ਪਤਾ ਹੀ ਆ ਥੱਲਿਓਂ ਆਪਾਂ ਮੇਜ਼ਰ ਕਰਨੀ ਆ। ਹਾਂ ਬੇਟਾ, ਨੈਕਸਟ ਹੈਗਾ ਜੀ ਟਾਈਪ ਆਫ ਪਰਸਨੈਲਿਟੀਜ਼। ਹੁਣ ਬੇਟਾ ਜਿਹੜੀ ਪਰਸਨੈਲਿਟੀਜ਼ ਆ ਉਹਨੂੰ ਆਪਾਂ ਤਿੰਨ ਭਾਗਾਂ 'ਚ ਇਹਨਾਂ ਡਿਵਾਈਡ ਕੀਤਾ ਆ। ਇੱਕ ਹੁੰਦਾ ਜੀ ਐਂਡੋਮੋਰਫ, ਸੈਕਿੰਡ ਐਕਟੋਮੋਰਫ, ਥਰਡ ਹੁੰਦਾ ਮੈਸੋਮੋਰਫ। ਇਹਦੀਆਂ ਤਿੰਨ ਕੈਟੇਗਰੀਜ਼ ਆ। ਹੁਣ ਸਭ ਤੋਂ ਪਹਿਲਾਂ ਆਪਾਂ ਕਰਨੀ ਹੈ ਜੀ ਐਂਡੋਮੋਰਫ। ਹੁਣ ਇਹ ਤੁਸੀਂ ਧਿਆਨ 'ਚ ਰੱਖਣਾ, ਜਿਹੜਾ ਐਂਡੋਮੋਰਫ ਆ ਇਹ ਥੋੜ੍ਹੇ ਜਿਹੇ ਭਾਰੇ ਹੁੰਦੇ ਆ, ਥੋੜ੍ਹੇ ਜਿਹੇ ਨਹੀਂ ਵਾਹਵਾ ਭਾਰੇ ਹੁੰਦੇ ਆ। ਠੀਕ ਹੈ। ਐਂਡੋਮੋਰਫ ਫਿਜ਼ੀਕਲੀ ਕਾਫੀ ਰਾਊਂਡ ਹੁੰਦੇ ਆ, ਮਤਲਬ ਕਿ ਗੋਲ ਹੁੰਦੇ ਆ। ਆਰਮਸ ਐਂਡ ਲੈਗਸ ਇਹਨਾਂ ਦੀਆਂ ਛੋਟੀਆਂ ਹੁੰਦੀਆਂ, ਸ਼ਾਰਟ ਹੁੰਦੀਆਂ, ਅਤੇ ਇਸ ਨੂੰ ਐਜ਼ ਏ ਬੈਰਲ ਆਫ ਫਨ ਦੇ ਰੂਪ ਵਿੱਚ ਦਰਸਾਇਆ ਜਾਂਦਾ। ਮਤਲਬ ਆਪਾਂ ਕਹਿ ਨਹੀਂ ਦਿੰਦਾ ਵੀ ਇਹ ਥੋੜ੍ਹਾ ਜਿਹਾ ਫਨੀ ਟਾਈਪ, ਥੋੜ੍ਹਾ ਭਾਰਾ ਜ਼ਿਆਦਾ ਹੈ ਨਾ, ਫੈਟੀ ਜਿਹੇ ਹੁੰਦੇ ਆ ਉਵੇਂ। ਜਰਨਲ ਕਰੈਕਟਰਿਸਟਿਕ ਆਫ ਐਂਡੋਮੋਰਫ ਦੇ ਪਹਿਲਾਂ ਹੁੰਦਾ ਜੀ ਵਾਈਡ ਹਿਪ ਇਹਨਾਂ ਦੀ ਵਾਈਡ ਹੁੰਦੀ ਆ। ਨੈਰੋ ਸ਼ੋਲਡਰ ਇਹਨਾਂ ਦੇ ਨੈਰੋ ਹੁੰਦੇ ਆ, ਜੋ ਕਿ ਇੱਕ ਪੀਅਰ ਸ਼ੇਪ, ਨਾਸ਼ਪਤੀ ਨਹੀਂ ਦੇਖੀ, ਨਾਸ਼ਪਤੀ ਵਰਗੀ ਸ਼ੇਪ ਹੁੰਦੀ ਹੈ ਉਹਨਾਂ ਦੀ ਬਿਲਕੁਲ। B ਪਾਰਟ ਹੈਗਾ ਜੀ ਬਾਡੀ ਦੀਆਂ ਅਪਰ ਆਰਮ ਐਂਡ ਥਾਈਜ਼ ਸਮੇਤ ਬਹੁਤ ਸਾਰੀ ਫੈਟ ਹੁੰਦੀ ਹੈ। ਠੀਕ ਹੈ। C ਪਾਰਟ ਹੈਗਾ ਦੇ ਹੈਵ ਕੁਆਇਟ ਸਲਿਮ ਐਂਕਲ ਐਂਡ ਰਿਸਟ। ਜਿਹੜੀ ਐਂਕਲ ਆ ਜਾਂ ਇਹਨਾਂ ਦੀ ਰਿਸਟ ਆ ਇਹ ਥੋੜ੍ਹੀਆਂ ਜਿਹੀਆਂ ਪਤਲੀਆਂ ਹੁੰਦੀਆਂ। ਫਿਜ਼ੀਓਲੋਜੀਕਲੀ ਦਾ ਐਂਡੋਮੋਰਫ ਇਜ਼ ਸੋਸ਼ੇਬਲ, ਫਨ ਲਵਿੰਗ, ਫੂਡ ਲਵਿੰਗ। ਮਤਲਬ ਕਿ ਜੇ ਫਨ ਲਵਿੰਗ ਤਾਂ ਹੈਗੇ ਆ, ਜੇ ਫੂਡ ਲਵਿੰਗ ਮਤਲਬ ਕਿ ਜ਼ਿਆਦਾ ਖਾਂਦੇ ਤਾਂ ਹੀ ਮੋਟੇ ਆ। ਈਵਨ ਟੈਂਪਰਡ, ਗੁੱਡ ਹਿਊਮਰਡ। ਠੀਕ ਹੈ। ਟੋਲਰੈਂਟ, ਰਿਲੈਕਸ ਵਿਦ ਏ ਲਵ ਐਂਡ ਹੈਜ਼ ਏ ਨੀਡ ਫॉर ਅਫੈਕਸ਼ਨ। ਠੀਕ ਹੈ। ਸੈਕਿੰਡ ਆ ਗਿਆ ਜੀ ਐਕਟੋਮੋਰਫ। ਹੁਣ ਐਕਟੋਮੋਰਫ ਜਿਹੜਾ ਹੁੰਦਾ ਵਾ ਉਹ ਐਂਡੋਮੋਰਫ ਦੇ ਬਿਲਕੁਲ ਉਲਟ ਹੁੰਦਾ। ਐਕਟੋਮੋਰਫ ਕੀ ਹੁੰਦਾ ਵਾ? ਐਕਟੋਮੋਰਫ ਦੇ ਕਰੈਕਟਰਿਸਟਿਕਸ ਹੈਗੇ ਆ। A ਪਾਰਟ ਹੈਗਾ ਨੈਰੋ ਸ਼ੋਲਡਰ ਐਂਡ ਹਿਪ। ਉਹਦੇ 'ਚ ਕੀ ਸੀਗੀ? ਹਿਪ ਇਹਦੀ ਵਾਈਡ ਸੀਗੀ, ਨੈਰੋ ਸ਼ੋਲਡਰ ਸੀ। ਇਹ 'ਚ ਦੋਵੇਂ ਹੀ ਨੈਰੋ ਆ। ਸੈਕਿੰਡ ਹੈਗਾ ਇਹ ਥਿਨ ਐਂਡ ਨੈਰੋ ਚੈਸਟ ਐਂਡ ਅਬਡੋਮੀਨਲ। ਠੀਕ ਹੈ। ਥਰਡ ਹੈਗਾ ਇਹ ਥਿਨ ਐਂਡ ਨੈਰੋ ਫੇਸ ਵਿਦ ਏ ਹਾਈ ਫੋਰਹੈਡ। ਮੂੰਹ ਉਹਨਾਂ ਦਾ ਥਿਨ ਹੁੰਦਾ, ਪਰ ਜਿਹੜਾ ਮੱਥਾ ਹੁੰਦਾ ਨਾ ਚੌੜਾ ਹੁੰਦਾ ਜ਼ਿਆਦਾ। ਥਿਨ ਲੈਗ ਐਂਡ ਆਰਮਸ ਵੀ ਪਤਲੀਆਂ ਹੁੰਦੀਆਂ, ਲੱਤਾਂ ਵੀ। ਇਹ ਵੈਰੀ ਲਿਟਲ ਬੋਡੀ ਫੈਟ, ਇਹਨਾਂ ਦੇ ਬੋਡੀ ਫੈਟ ਬਹੁਤ ਘੱਟ ਹੁੰਦੀ ਆ। ਹੁਣ ਜਿਹੜਾ ਐਂਡੋਮੋਰਫ ਸੀਗਾ ਉਹ ਬਹੁਤ ਜ਼ਿਆਦਾ ਭਾਰੇ ਹੁੰਦੇ ਆ। ਐਕਟੋਮੋਰਫ ਬਿਲਕੁਲ ਉਹਦੇ ਉਲਟ, ਬਿਲਕੁਲ ਹੀ ਪਤਲੇ ਹੁੰਦੇ ਆ, ਜਿਨ੍ਹਾਂ 'ਤੇ ਮਾਸ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਹਾਲਾਂਕਿ ਐਂਡੋਮੋਰਫ ਜਿੰਨਾ ਖਾ ਸਕਦੇ ਹਨ ਉਹ ਓਨਾ ਹੀ ਵੇਟ ਨਹੀਂ ਵਧਾ ਸਕਦੇ। ਮਤਲਬ ਕਿ ਜਿਹੜਾ
ਪਹਿਲਾਂ ਸਭ ਤੁਸੀਂ ਐਂਡੋਮੋਰਫ ਜਿੰਨਾ ਖਾ ਲੈਂਦੇ ਆ ਉਨਾ ਹੀ ਲੱਗਦਾ। ਐਕਟੋਮੋਰਫ 'ਚ ਇਹਦੇ ਉਲਟਾ, ਉਹ ਖਾਂਦੇ ਵੀ ਲੱਗਦਾ ਨਹੀਂ। ਇਹ ਸੈਲਫ ਕੌਨਸ਼ੀਅਸ ਹੁੰਦੇ ਆ, ਪ੍ਰਾਈਵੇਟ, ਇੰਟਰੋਵਰਟਡ ਹੁੰਦੇ ਆ, ਇਨਹੈਬੀਟੇਟਡ ਹੁੰਦੇ ਆ, ਸੋਸ਼ਲ ਐਂਜ਼ਾਈਟ, ਅਰੈਸਟਿਕ, ਇਮੋਸ਼ਨਲੀ ਥੋਟਫੁਲ ਅਤੇ ਇੰਟੈਂਸ ਹੁੰਦੇ ਆ। ਠੀਕ ਹੈ ਜੀ। ਥਰਡ ਆ ਗਿਆ ਬੇਟਾ ਮੈਸੋਮੋਰਫ। ਹੁਣ ਇੱਕ ਸੀਗਾ ਐਂਡੋਮੋਰਫ ਸੀਗਾ ਭਾਰਾ, ਐਕਟੋਮੋਰਫ ਬਿਲਕੁਲ ਪਤਲਾ। ਹੁਣ ਜਿਹੜਾ ਮੈਸੋਮੋਰਫ ਆ, ਇਹਨੂੰ ਆਪਾਂ ਇੱਕ ਤਰ੍ਹਾਂ ਕਹਿ ਦੋਗੇ ਮਸਕੂਲਰ ਬੋਡੀ ਵਾਲਾ ਬੰਦਾ, ਨਾ ਭਾਰਾ ਨਾ ਪਤਲਾ, ਮਸਕੂਲਰ ਬੋਡੀ। ਮੈਸੋਮੋਰਫ ਅਰਾਊਂਡ ਐਂਡੋਮੋਰਫ ਐਂਡ ਥਿਨ ਐਕਟੋਮੋਰਫ ਦੇ ਬਿਟਵੀਨ ਹੁੰਦਾ ਹੈ, ਮਤਲਬ ਵਿਚਾਲੇ ਹੁੰਦਾ। ਕਰੈਕਟਰਿਸਟਿਕ ਹੁੰਦੇ ਆ ਜੀ, ਇਹ ਲਾਰਜ ਹੈਡ, ਬਰੋਡ ਸ਼ੋਲਡਰ, ਨੈਰੋ ਵੇਸਟ। ਠੀਕ ਹੈ ਜੀ। ਵੀ ਮਸਕੂਲਰ ਬੋਡੀ ਵਿਦ ਸਟਰੋਂਗ ਫੋਰਆਰਮ ਐਂਡ ਥਾਈ ਮਤਲਬ ਕਿ ਜਿਹੜੇ ਆਪਣੀ ਥਾਈਜ਼ ਹੁੰਦੀਆਂ ਇਹ ਵੀ ਤਕੜੀਆਂ, ਫੋਰਆਰਮਸ ਵੀ ਤਕੜੀਆਂ ਹੁੰਦੀਆਂ। ਵੈਰੀ ਲਿਟਲ ਬੋਡੀ ਫੈਟ, ਇਹਨਾਂ ਦੇ ਜਿਹੜੀ ਬੋਡੀ ਫੈਟ ਹੁੰਦੀ ਬਹੁਤ ਘੱਟ ਹੁੰਦੀ ਆ। ਇਹ ਐਡਵੈਂਚਰਸ ਹੁੰਦੇ ਆ, ਕਰਜੀਅਸ ਹੁੰਦੇ ਆ, ਇਨਡਿਫਰੈਂਟ ਟੂ ਵਟ ਅਦਰ ਥਿੰਕ ਟੂ ਵਾਂਟ, ਜਸਟ ਫॉर ਫਿਜ਼ੀਕਲ ਐਕਟੀਵਿਟੀ ਵਿਦ ਅ ਡਿਜ਼ਾਇਰ ਫॉर ਪਾਵਰ ਐਂਡ ਡੋਮੀਨੈਂਸ। ਮਤਲਬ ਜੇ ਤਗੜੇ ਹੋਣਗੇ ਤਾਂ ਡੋਮੀਨੈਂਸ ਤਾਂ ਉਹਨਾਂ ਨੇ ਬਣਾਉਣੀ ਆਪਣੀ। ਮਾਈਰਿੰਗ ਸਮਾਟੋਟਾਈਪ ਨੂੰ ਅਸੀਂ ਆਮ ਤੌਰ 'ਤੇ ਹੈਲਦੀ ਸੈਂਟਰ ਮੇਜਰਮੈਂਟ ਸਿਸਟਮ ਦੀ ਵਰਤੋਂ ਨਾਲ ਮੇਜਰ ਕੀਤਾ ਜਾਂਦਾ ਹੈ, ਜਿਸ ਵਿੱਚ ਐਂਡੋਮੋਰਫੀ, ਮੈਸੋਮੋਰਫੀ ਐਂਡ ਐਕਟੋਮੋਰਫੀ ਲਈ ਰੇਟਿੰਗਸ ਐਂਥਰੋਪੋਮੈਟ੍ਰਿਕਲ ਮੇਜਰਮੈਂਟ ਦੀ ਵਰਤੋਂ ਕਰਕੇ ਕਈ ਵਾਰ ਸਟੈਂਡਰਡਾਈਜ਼ਡ ਫੋਟੋ ਦੇ ਨਾਲ ਵੀ ਕੈਲਕੂਲੇਟ ਕੀਤਾ ਜਾਂਦਾ ਹੈ। ਹਰ 3 ਕੈਟਾਗਰੀਆਂ ਵਿੱਚ ਕਿਸੇ ਨੂੰ ਆਮ ਤੌਰ 'ਤੇ 1 ਤੋਂ 7 ਦੇ ਸਕੇਲ ਵਿੱਚ ਕਲਾਸੀਫਾਈਡ ਕੀਤਾ ਜਾ ਸਕਦਾ ਹੈ। ਹਾਲਾਂਕਿ ਤੁਸੀਂ ਤਿੰਨਾਂ ਉੱਪਰ ਹਾਈਲੀ ਸਕੋਰ ਨਹੀਂ ਲਗਾ ਸਕਦੇ। ਇਹ ਤਿੰਨੋਂ ਮਿਲਾ ਕੇ ਸਮੋਟੋਟਾਈਪ ਨੰਬਰ ਦਿੰਦੇ ਹਨ। ਪਹਿਲਾ ਐਂਡੋਮੋਰਫੀ ਸਕੋਰ ਦੇ ਨਾਲ, ਫਿਰ ਮੈਸੋਮੋਰਫੀ ਅਤੇ ਫਾਈਨਲੀ ਐਕਟੋਮੋਰਫੀ। ਹਰੇਕ ਦੇ ਰੇਟਿੰਗ ਹਾਫ ਟੂ 2 ਦੇ ਹਿੱਸੇ ਨੂੰ ਲੋ ਮੰਨਿਆ ਜਾਂਦਾ, 3 ਤੋਂ 5 ਨੂੰ ਮੋਡਰੇਟ ਮੰਨਿਆ ਜਾਂਦਾ, 5 ਐਂਡ ਹਾਫ ਤੋਂ 7 ਨੂੰ ਹਾਈ ਐਂਡ 7 ਐਂਡ ਹਾਫ ਨੂੰ ਅਬਵ ਮੰਨਿਆ ਜਾਂਦਾ। ਹੁਣ ਅੱਗੇ ਆ ਗਈ 7.5 ਮੇਜਰਮੈਂਟ ਆਫ ਹੈਲਥ ਰਿਲੇਟਡ ਫਿਟਨੈਸ। ਹੁਣ ਇਹਦੇ ਵਿੱਚ ਆ ਗਿਆ ਜੀ ਫਿਜ਼ੀਕਲ ਫਿਟਨੈਸ ਨੂੰ ਉਹਨਾਂ ਦੇ ਗੁਣਾਂ ਦਾ ਸਮੂਹ ਮੰਨਿਆ ਜਾਂਦਾ ਹੈ ਜੋ ਫਿਜ਼ੀਕਲੀ ਐਕਟੀਵਿਟੀ ਕਰਨ ਦੀ ਐਬਿਲਿਟੀ ਨਾਲ ਰਿਲੇਟ ਹੁੰਦੇ ਹਨ। ਅਦਰ ਵਰਡਸ 'ਚ ਆਪਾਂ ਕਹਿ ਸਕਦੇ ਹਾਂ ਇਹ ਲੌਂਗ ਰਨ ਡਿਸਟੈਂਸ ਔਰ ਜਿਮ ਵਿੱਚ ਵੇਟ ਲਿਫਟ ਕਰਨ ਦੇ ਯੋਗ ਹੋਣ ਨਾਲੋਂ ਵਧੇਰੇ ਹੈ। ਫਿਟ ਰਹਿਣ ਦੀ ਡੈਫੀਨੇਸ਼ਨ ਇਹ ਸਿਰਫ ਇਹ ਨਹੀਂ ਹੈ ਕਿ ਕਿਸ ਕਿਸਮ ਦੀ ਐਕਟੀਵਿਟੀ ਕਰਦੇ ਹੋ, ਤੁਸੀਂ ਇਸ ਨੂੰ ਸਮਾਂ ਕਰਦੇ ਹੋ ਜਾਂ ਇੰਟੈਂਸਿਟੀ, ਮਤਲਬ ਕਿ ਇੰਟੈਂਸਿਟੀ ਦੇ ਕਿਹੜੇ ਲੈਵਲ 'ਤੇ ਹੋ। ਠੀਕ ਹੈ। ਇੱਕ ਹੁੰਦਾ ਸਿੰਪਲ ਜਦੋਂ ਆਪਾਂ ਨੋਰਮਲ ਐਕਟੀਵਿਟੀ ਕਰਦੇ ਹਾਂ, ਇੱਕ ਹਾਈ ਇੰਟੈਂਸਿਟੀ ਹੁੰਦਾ ਵਾ ਬਈ ਬਹੁਤ ਜ਼ਿਆਦਾ ਹਾਰਡ ਚੀਜ਼ 'ਚ ਆਪਾਂ ਮਿਹਨਤ ਕਰਦੇ ਹਾਂ। ਹਾਲਾਂਕਿ ਫਿਟਨੈਸ ਦੇ ਇੰਪੋਰਟੈਂਟ ਮੇਜਰਸ ਹਨ, ਉਹ ਸਿਰਫ ਸਿੰਗਲ ਏਰੀਏ ਨੂੰ ਐਡਰੈਸ ਕਰਦੇ ਹਨ। ਫਿਟਨੈਸ ਦੇ 5 ਕੰਪੋਨੈਂਟ ਹਨ। ਫਸਟ ਹੈਗਾ ਜੀ ਕਾਰਡੀਓ ਰੈਸਪੀਰੇਟਰੀ ਐਂਡਿਓਰੈਂਸ ਅਕੋਰਡਿੰਗ ਟੂ ਕਾਰਬਨ ਐਂਡ ਲਿੰਡਸੇ। ਕਾਰਡੀਓ ਰੈਸਪੀਰੇਟਰੀ ਐਂਡਿਓਰੈਂਸ ਐਬਿਲਿਟੀ ਹੈ ਨਿਰੰਤਰ ਫਿਜ਼ੀਕਲੀ ਐਕਟੀਵਿਟੀ ਦੇ ਦੌਰਾਨ ਬਾਡੀ ਸਰਕੂਲੇਟਰੀ ਐਂਡ ਰੈਸਪੀਰੇਟਰੀ ਸਿਸਟਮ ਨੂੰ ਫਿਊਲ ਸਪਲਾਈ ਕਰਦਾ ਹੈ। ਬਾਡੀ ਨੂੰ ਆਕਸੀਜਨ ਦੀ ਸਪਲਾਈ ਕਰਨ ਨਾਲ ਸਟਰੋਂਗ ਹਾਰਟ, ਹੈਲਦੀ ਲੰਗਸ ਐਂਡ ਕਲੀਅਰ ਬਲੱਡ ਵੈਸਲ ਦੀ ਜ਼ਰੂਰਤ ਹੁੰਦੀ ਹੈ। ਆਪਣੇ ਕਾਰਡੀਓ ਰੈਸਪੀਰੇਟਰੀ ਐਂਡਿਓਰੈਂਸ ਨੂੰ ਇੰਪਰੂਵ ਕਰਦਾ ਹੈ। ਅਜਿਹੀਆਂ ਐਕਟੀਵਿਟੀਆਂ ਤੁਹਾਡੇ ਹਾਰਟ ਰੇਟ ਨੂੰ ਸੇਫ ਲੈਵਲ 'ਤੇ ਰੱਖਦੀਆਂ ਹਨ, ਜਿਵੇਂ ਕਿ ਵਾਕਿੰਗ, ਸਵਿਮਿੰਗ, ਬਾਈਕ ਸਾਈਕਲਿੰਗ ਐਕਸੈਟਰਾ। ਤੁਹਾਡੇ ਦੁਆਰਾ ਚੂਜ਼ ਕੀਤੀ ਐਕਟੀਵਿਟੀ ਤੁਹਾਡੇ ਕਾਰਡੀਓ ਰੈਸਪੀਰੇਟਰੀ ਐਂਡਿਓਰੈਂਸ ਨੂੰ ਇੰਪਰੂਵ ਕਰਨ ਲਈ ਹਾਰਡ ਹੋਣੀ ਚਾਹੀਦੀ ਹੈ। ਹੌਲੀ ਸਟਾਰਟ ਕਰੋ ਜਿਸ ਨੂੰ ਐਕਟੀਵਿਟੀ ਨੂੰ ਤੁਸੀਂ ਇੰਜੋਏ ਕਰਦੇ ਹੋ ਅਤੇ ਹੌਲੀ ਵਧੇਰੇ ਪੇਸ 'ਤੇ ਕੰਮ ਕਰੋ। ਅੱਗੇ ਆ ਗਿਆ ਜੀ ਮੇਜਰਮੈਂਟ ਆਫ ਕਾਰਡੀਓ ਰੈਸਪੀਰੇਟਰੀ ਐਂਡਿਓਰੈਂਸ 3 ਮਿੰਟ ਸਟੈਪ ਟੈਸਟ। ਪਰਪਸ ਹੁੰਦਾ ਜੀ ਟੂ ਮੇਜਰ ਕਾਰਡੀਓ ਰੈਸਪੀਰੇਟਰੀ ਐਂਡਿਓਰੈਂਸ।